कि साडे कोलू शहबाज शरीफ नवाज शरीफ साहब ने इत्थे बनाए सन इन्हां दे फार्म जेड़े के वैरान होए पे ने और उजड़े पे ने। आ खुश्क साली असां गुजारी है, सानू ओदे विच कोई सहूलत गवर्नमेंट ने नहीं दिती कि अरबों रुपए ला के इन्हां ने बनाए सन साडे वास्ते। उन्हां दे तक ये रिपोर्ट नहीं पहुंची। असां इस वीडियो के जरिए उन्हां तक रिपोर्ट करते हैं, अर्ज करते हैं। वो चीज़ां जिहड़ियां सानू सहूलतां दित्तियां ने अरबों रुपए ला के वैरान हो गई। ਜਿਹੜੀ ਸੂਣ ਵਾਲੀ ਗਾਂ ਹੈ ਭਲ ਕਰ ਜਾਂਦੀ ਹੈ, बल कर जाती है। ਉਹਨੂੰ ਕੀ ਹਵਾ ਵਗੈਰਾ ਵੀ ਹੁੰਦੀ ਹੈ ਤੁਹਾਡੇ ਡੰਗਰਾਂ ਨੂੰ, ਰਤ ਮੂਤਰਾ ਪਿਸ਼ਾਬ ਚ ਖੂਨ ਕਦੀ। ਅੱਛੀ ਜਿਹੜੀ ਚੋਲਿਸਤਾਨ ਦੀ ਗਾਂ ਹੈ ਉਹਦਾ ਇਸ ਟਾਈਮ ਕੀ ਰੇਟ ਹੈ ਜਿਹੜੀ 20-22 ਕਿਲੋ ਦੁੱਧ ਦੇ ਰਹੀ? ਗਰਮੀ ਦਾ ਮਸਲਾ ਤੇ ਚੋਲਿਸਤਾਨੀ ਕ੍ਰਾਸ ਜਾਂ ਚੋਲਿਸਤਾਨੀ ਪਿਓਰ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ। ਦੋਸਤੋ ਅੱਜ ਅਸੀਂ ਚੋਲਿਸਤਾਨ ਦੇ ਪਾਕਿਸਤਾਨ ਦਾ ਗਰਮ ਤਰੀਨ ਇਲਾਕਾ, ਉੱਥੇ ਪਾਕਿਸਤਾਨ ਦੀਆਂ ਚੰਗੀਆਂ ਨਸਲੀ ਜਿਹੜੀ ਕਿ ਪਾਕਿਸਤਾਨੀ ਨਸਲ ਚੋਲਿਸਤਾਨ ਦੁਨੀਆ 'ਚ ਮੰਨੀ ਜਾਂਦੀ ਹੈ। ਇਹਨੂੰ ਇਹ ਕਹਿ ਲਓ ਕਿ ਅਗਰ ਗਰਮੀ ਨੂੰ ਬਰਦਾਸ਼ਤ ਕਰਨ ਦੀ ਚੋਲਿਸਤਾਨ ਤੋਂ ਵੱਧ ਕਿਸੇ ਵੀ ਗਾਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਤਾਕਤ ਹੋਏਗੀ। ਇਸ ਗਾਂ ਨੂੰ ਬਾਹਰ ਦੇ ਮੁਲਕ 'ਚ ਪਾਕਿਸਤਾਨ ਦੇ ਮੁxtਲਿਫ ਸ਼ਹਿਰਾਂ 'ਚ ਖੜਿਆ ਜਾਂਦਾ ਹੈ ਕ੍ਰਾਸ ਕਰਵਾਉਣ ਵਾਸਤੇ। ਆਪਣੀ ਗਾਈਆਂ ਨੂੰ ਗਰਮੀ ਤੋਂ ਮਹਿਫੂਜ਼ ਕਰਨ ਲਈ, ਬਚਾਉਣ ਲਈ ਹੀਟ ਡਿਟੈਕਟਰ ਦਾ ਇਹ ਕੰਮ ਕਰਦੀ ਹੈ। ਸਾਡੇ ਕੋਲ ਪੁਰਾਣੇ ਸ਼ੌਕੀਨ ਚੋਲਿਸਤਾਨ ਦੇ ਜਿਹੜੇ ਕਿ ਪਿਛਲੇ 800-1000 ਸਾਲ ਤੋਂ ਖਾਨਦਾਨ ਵਾਈਜ਼ ਖਾਨਦਾਨ ਇਹ ਹੀ ਗਾਵਾਂ ਰੱਖਦੇ ਆ ਰਹੇ ਨੇ, ਉਹਨਾਂ ਕੋਲੋਂ ਪੁੱਛਦੇ ਆ ਕਿ ਇਹਨਾਂ ਦਾ ਬਿਮਾਰੀਆਂ ਕੀ ਨੇ ਔਰ ਆਪਣੀਆਂ ਉਹਨਾਂ ਇਲਾਕੇ ਦੀਆਂ ਗਾਵਾਂ ਨੂੰ ਗਰਮੀ ਤੋਂ ਕੀ ਦੇ ਕੇ ਬਚਾ ਸਕਨੇ ਆ, ਕਿਸ ਤਰ੍ਹਾਂ ਇਹ ਗਾਵਾਂ ਏਡੀਆਂ ਗਰਮੀ ਤੋਂ ਬਚਤ ਕਰਦੀਆਂ ਨੇ। अस्सलाम वालेकुम जी। साड़ियाँ गावां इत्थे बीमारी होण जिस तरह के बारिश हुई है, इस बारिश दे विच साड़ियाँ गावां नूं बीमारी होवेगी। असीं ओहनूं आखदे आ गोली दी बीमारी। डॉक्टर हजरात चौड़े कप आखदे ने जी, ठीक है। बुखार हुंदा है, गर्मी फिर जदों नवां चारा खांदियां ने उस वास्ते ਉਹਦੇ ਸਾਡੀਆਂ ਵੈਟਨਰੀ ਇੱਥੇ ਜਿਹੜੀ ਗਵਰਨਮੈਂਟ ਬਣਾਈ ਹੋਈ ਹੈ ਸਾਡੇ ਨਾਲ ਉਹਨਾਂ ਦਾ ਤਾਵਨ ਹੈ ਜੀ। ਉਹ ਲੋਕ ਸਾਡੇ ਨਾਲ ਤਾਵਨ ਕਰ ਰਹੇ ਨੇ। ਸਾਡੇ ਕੋਲ ਚੋਲਿਸਤਾਨ ਦੇ ਵਿੱਚ ਵੀ ਪਹੁੰਚਦੇ ਨੇ, ਇੱਥੇ ਅਸੀਂ ਆਬਾਦੀ ਚੋਂ 4 ਦਿਨ ਗੁਜ਼ਾਰੇ ਨੇ, ਉਹ ਸਾਡੇ ਕੋਲ ਪਹੁੰਚਦੇ ਨੇ ਸਵੇਰ ਦੂਸਰੇ ਤੀਸਰੇ ਦਿਨ ਆ ਰਹੇ ਨੇ। ਜੀ ਜੀ, ਠੀਕ ਹੋ ਗਿਆ। ਫਿਰ ਇੱਕ ਗੱਲ ਕਿ ਸਾਡੇ ਕੋਲ ਸ਼ਹਬਾਜ਼ ਸ਼ਰੀਫ ਨਵਾਜ਼ ਸ਼ਰੀਫ ਸਾਹਿਬ ਨੇ ਇੱਥੇ ਬਣਾਏ ਸਨ ਇਹਨਾਂ ਦੇ ਫਾਰਮ ਜਿਹੜੇ ਕਿ ਵੈਰਾਨ ਹੋਏ ਪਏ ਨੇ ਔਰ ਉਜੜੇ ਪਏ ਨੇ। ਆ ਖੁਸ਼ਕ ਸਾਲੀ ਅਸਾਂ ਗੁਜ਼ਾਰੀ ਹੈ, ਸਾਨੂੰ ਉਹਦੇ ਵਿੱਚ ਕੋਈ ਸਹੂਲਤ ਗਵਰਨਮੈਂਟ ਨੇ ਨਹੀਂ ਦਿੱਤੀ। ਖਾਲੀ ਪਿਆ ਜਿਹੜੇ ਕਿ ਅਰਬੋਂ ਰੁਪਏ ਲਾ ਕੇ ਇਹਨਾਂ ਨੇ ਬਣਾਏ ਸਨ ਸਾਡੇ ਵਾਸਤੇ, ਉਹ ਉਹਨਾਂ ਦੇ ਤੱਕ ਇਹ ਰਿਪੋਰਟ ਨਹੀਂ ਪਹੁੰਚੀ। ਅਸਾਂ ਇਸ ਵੀਡੀਓ ਦੇ ਜ਼ਰੀਏ ਉਹਨਾਂ ਤੱਕ ਰਿਪੋਰਟ ਕਰਦੇ ਹਾਂ, अर्ज ਕਰਦੇ ਹਾਂ ਕਿ ਖੁਦਾਰਾ ਉਹ ਚੀਜ਼ਾਂ ਜਿਹੜੀਆਂ ਸਾਨੂੰ ਸਹੂਲਤਾਂ ਦਿੱਤੀਆਂ ਨੇ ਅਰਬੋਂ ਰੁਪਏ ਲਾ ਕੇ ਉਹ ਵੈਰਾਨ ਹੋ ਗਈਆਂ। ਚੋਲਿਸਤਾਨ ਦੇ ਇਲਾਕੇ ਦਾ ਸੋਚਿਆ ਜਾਏ ਔਰ ਇਹਨਾਂ ਜਾਨਵਰਾਂ ਸਾਡੇ ਬਾਰੇ ਸੋਚੇ ਜਾਏ। ਸਾੜੂ ਤੁਹਾਡੀਆਂ ਗਾਵਾਂ ਨੂੰ ਪੈਂਦਾ? ਸਾਡੀਆਂ ਗਾਈਆਂ ਜਿਹੜੀਆਂ ਨੇ ਸਾੜੂ ਪੈਂਦਾ ਗਰਮੀ ਦਾ। ਸਾਡੀਆਂ ਗਾਵਾਂ ਗਰਮੀ ਬਰਦਾਸ਼ਤ ਕਰਦੀਆਂ ਨੇ, ਸਾੜੂ 5% ਨਾ ਹੋਣ ਦੇ ਬਰਾਬਰ। ਜਿਹਨੂੰ ਪੈ ਜਾਂਦਾ ਉਹਦਾ ਕੀ ਇਲਾਜ ਕਰਦੇ? ਅਸੀਂ ਉਹਨਾਂ ਨੂੰ ਜਿਹੜੀ ਗਾਂ ਨੂੰ ਸਾਡੀ ਨੂੰ ਸਾੜੂ ਪੈ ਜਾਵੇ ਅਸੀਂ ਸਾਦਾ ਇਲਾਜ ਕਰਦੇ ਹਾਂ। ਸੁਰਖ ਮਿਰਚ ਠਿਕਰੀ ਨਿਸ਼ਾਦਰ ਦੇ ਕੇ ਪਾਈਆ ਦੀ ਮਿਕਦਾਰ ਮਿਰਚ ਦੇਣੀ ਹੈ। 100 ਗ੍ਰਾਮ ਵਿੱਚ ਅਸੀਂ ਠਿਕਰੀ ਨਿਸ਼ਾਦਰ ਪਾਣਾ। ਜਿਹੜੀ ਗਾਂ ਦੇ ਹਵਾਨੇ ਦੇ ਵਿੱਚ ਇੱਕ ਥਣ ਨੂੰ ਹੈ, ਦੂਜੇ ਨੂੰ ਹੈ, ਜਿਹੜੇ ਨੂੰ ਹੈ ਸ਼ਾਮ ਨੂੰ ਉਹ ਕਲੀਅਰ ਹੋਵੇ। ਜਿਹੜਾ ਵੀ ਥੋੜਾ ਜਿਹਾ ਹੋਇਆ ਸ਼ਾਮ ਨੂੰ ਠੀਕ ਹੋ ਜਾਊਗਾ। ਦੂਸਰੀ ਖੁਰਾਕ ਸ਼ਾਮ ਨੂੰ ਦੇਵਾਂਗੇ ਇਨਸ਼ਾਅੱਲਾ ਬਿਲਕੁਲ ਕਲੀਅਰ ਹੋ। ਇੱਕ ਦਿਨ ਚ 2 ਦਫਾ ਇਹ ਖੁਰਾਕ ਸੁਬਹ ਔਰ ਸ਼ਾਮ ਦੇ। ਇੱਕ ਪਾਓ ਸੁਰਖ ਮਿਰਚਾਂ ਦਾਦੜ ਹੋਈਆਂ ਹਾਂਜੀ ਤੇ 100 ਗ੍ਰਾਮ ਠੀਕਰੀ ਨਿਸ਼ਾਦਰ। ਇਸ ਤੋਂ ਬਾਅਦ ਜਿਹੜੀ ਸੂਣ ਵਾਲੀ ਗਾਂ ਹੈ ਭਲ ਕਰ ਜਾਂਦੀ ਹੈ, ਬਲ ਕਰ ਜਾਂਦੀ ਹੈ। ਉਹਨੂੰ ਕੀ ਕਰਦੇ? ਉਹਦੀ ਬਾਲ ਵਾਲੀ ਗਾਂ ਨੂੰ ਅਸਾਂ ਧਣੀਆਂ ਖਵਾ ਦਿੰਦੇ ਆ ਅੱਧਾ ਕਿਲੋ। एक टाइम खवा दो, आधा किलो दूसरे टाइम खवा दो, ठीक है। कोई 2 किलो सब्ज धनिया खवा दो, बाल खत्म हो जाए। ਤੇ ਹਵਾ ਵਗੈਰਾ ਵੀ ਹੁੰਦੀ ਹੈ ਤੁਹਾਡੇ ਡੰਗਰਾਂ ਨੂੰ? नहीं साढ़े डंगर ਨੂੰ हवा नहीं होती। हवा इस वास्ते नहीं होती कि चलते फिरते ਸਾਰਾ ਦਿਨ ਇਹਨਾਂ सारा दिन इन्होंने वर्क करना। ਰਤ ਮੂਤਰਾ ਪਿਸ਼ਾਬ ਚ ਖੂਨ ਕਦੀ नहीं अल्हम्दुलिल्लाह ਉਹ ਇਸ ਤਰ੍ਹਾਂ ਦੀ कदे ਇੱਥੇ नहीं। ਕੋਈ ਬਿਮਾਰੀ ਨਹੀਂ? ਹਾਂ। ਗਰਮੀ ਦੀ ਕਿਉਂਕਿ ਬਰਦਾਸ਼ਤ ਕਰਦੀਆਂ ये ਨੇ। गर्मी बर्दाश्त करती ने, इस वास्ते वो गर्मी दा बीमारियां ने जी। वो उन्हां जानवरां ਨੂੰ ਹੁੰਦੀਆਂ ਨੇ ਜਿਹੜੇ ਜਾਨਵਰ ਠੰਡੀ ਜਗ੍ਹਾ ਤੇ ਰਹਿੰਦੇ। ਬਿਲਕੁਲ ਇੰਜ ਜਾਂ ਉਹਨਾਂ ਨੂੰ ਅੰਦਰਾਂ ਚੋਂ ਬਾਹਰ ਕੱਢਿਆ, ਗਰਮੀ ਲੱਗ ਗਈ, ਉਹਨਾਂ ਨੂੰ ਰਤ ਮੂਤਰਾ ਇਸ ਕਿਸਮ ਦਾ ਹੋ ਗਿਆ। ਇਹ ਵਿਚਾਰੀਆਂ ਦਿਨ ਔਰ ਰਾਤ ਇਹ ਗਰਮ ਵਿੱਚ ਹੀ ਪਈਆਂ ਨੇ, ਇਸ ਗਰਮੀ ਨੂੰ ਬਰਦਾਸ਼ਤ ਕਰਦੀਆਂ। ਠੀਕ ਹੋ ਗਿਆ। ਹਾਂਜੀ। ਅੱਛੀ ਜਿਹੜੀ ਚੋਲਿਸਤਾਨ ਦੀ ਗਾਂ ਹੈ ਉਹਦਾ ਇਸ ਟਾਈਮ ਕੀ ਰੇਟ ਹੈ ਜਿਹੜੀ 20-22 ਕਿਲੋ ਦੁੱਧ ਦੇ ਰਹੀ ਹੈ? 20-22 ਕਿਲੋ ਦੁੱਧ ਜਿਹੜੀ ਗਾਂ ਸਾਡੇ ਕੋਲੋਂ ਦੇ ਰਹੀ ਹੈ ਉਹਦਾ ਰੇਟ ਹੈ 6 ਲੱਖ ਤੋਂ 7 ਲੱਖ ਤੱਕ ਇਸ ਟਾਈਮ ਇਸ ਟਾਈਮ ਇੱਥੇ ਇਸ ਲੱਖ ਐਸਾ ਇਲਾਕੇ ਸਾਡੇ ਐਵਰੇਜ ਜਿਹੜੀ 14-15 ਕਿਲੋ ਵਾਲੀ ਹੈ? ਆਮ ਐਵਰੇਜ ਸਾਡੀ ਕੋਲੋਂ ਦਿਹਾੜੀ ਦਾ 14-15 ਕਿਲੋ ਦੁੱਧ ਹੁੰਦਾ ਹੈ। 6-7 ਕਿਲੋ ਸਵੇਰ, 7 ਕਿਲੋ ਸ਼ਾਮ। ਇਹ ਸਾਡੀ ਆਮ ਨਾਰਮਲ ਗਾਂ ਦੁੱਧ ਦਿੰਦੀ। ਤੇ 6-7 ਕਿਲੋ ਜਿਹੜੀ ਇਸ ਜਗ੍ਹਾ ਤੇ ਤੁਸੀਂ ਫਰੀਜ਼ਨ ਲਿਆਓ ਦੀ ਜਾਨ ਨਿਕਲ ਜਾਏਗੀ, ਮਰ ਜਾਏਗੀ। ਇਹ ਉੱਥੇ ਖੜੋ ਕੇ ਵੀ 7 ਲੀਟਰ ਦੁੱਧ ਦਿੰਦੀ ਹੈ, 15 ਲੀਟਰ ਕਰਦੀ ਹੈ, ਤੇ ਤਾਂ ਇਹਦਾ ਕਰਾਸ ਕੀਤਾ ਜਾਂਦਾ ਨਾ। ਬਿਲਕੁਲ ਇੰਜ ਇਹ 2 ਫਾਇਦੇ ਹੁੰਦੇ ਨੇ। ਇੱਕ ਤਾਂ ਇਹਨਾਂ ਦਾ ਬੱਚਾ ਫਿਰ ਗਰਮੀ ਬਰਦਾਸ਼ਤ ਕਰੇਗਾ, ਦੂਸਰਾ
ਦੁੱਧ ਬੜਾ ਵਧਾਣਗੀ ਇਹਨਾਂ ਦੀ ਨਸਲ। ਲੋ ਦੋਸਤੋ, ਠੀਕ ਹੋ ਗਿਆ। ਚੋਲਿਸਤਾਨੀ ਗਾਵਾਂ ਨੂੰ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ, ਇਹ ਖਾਸ ਕਰ ਬਿਮਾਰੀਆਂ ਹੋਰਾਂ ਗਾਵਾਂ ਨੂੰ ਹੁੰਦੀਆਂ ਨੇ, ਤੇ ਉਹਦਾ ਹੱਲ ਇਹਨਾਂ ਨੇ ਪੁਰਾਣੇ ਨੇ ਸਮਝ ਰੱਖਦੇ ਨੇ ਦੱਸਿਆ ਹੈ, ਤੇ ਜ਼ਰੂਰ ਹੱਲ ਆਪਣੇ ਡੰਗਰਾਂ ਤੇ ਅਪਲਾਈ ਕਰਿਓ। ਤੇ ਚੋਲਿਸਤਾਨੀ ਗਾਂ ਅਗਰ ਤੁਹਾਨੂੰ ਗਰਮੀ ਦਾ ਮਸਲਾ ਹੈ, ਤੇ ਚੋਲਿਸਤਾਨੀ ਕ੍ਰਾਸ ਜਾਂ ਚੋਲਿਸਤਾਨੀ ਪਿਓਰ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੈ। ਵੀਡੀਓ ਅੱਛੀ ਲੱਗੇ, ਇਹਨਾਂ ਦੀ ਜਿਹੜੀ ਦਰਦਮੰਦਾਨਾ ਅਪੀਲ ਹੈ ਆਪਣੀ ਹਕੂਮਤ ਅੱਗੇ ਕਿ ਇੱਥੇ ਚੋਲਿਸਤਾਨੀ ਆਵਾਮ ਦਾ ਨਹੀਂ ਸੋਚਿਆ ਜਾ ਰਿਹਾ। ਮੈਂ ਪਿਛਲੇ 10 ਘੰਟੇ ਤੋਂ ਇੱਥੇ ਫਿਰਨ ਡਿਆ ਵਾਂ, ਅੱਗੇ ਗਿਆ ਵਾਂ ਇਲਾਕੇ ਦੇ ਵਿੱਚ, ਹਰ ਜਗ੍ਹਾ ਕੱਚਾ ਔਰ ਜਾਨਵਰ ਇੰਝ ਹੀ ਖੁੱਲੇ ਫਿਰ ਰਹੇ ਨੇ, ਔਰ ਰਕਬਾ ਵਾਕਈ ਕਾਸ਼ਤ ਹੋ ਰਿਹਾ ਹੈ। ਜਿਹੜਾ ਇਹਨਾਂ ਨੂੰ ਚਰਾਗਾਵਾਂ ਦਿੱਤੀਆਂ ਗਈਆਂ ਹਨ ਉਹਦੇ ਤੇ ਠੇਕੇ ਤੇ ਗਵਰਨਮੈਂਟ ਦੇ ਕੇ ਤੇ ਅੱਗੋਂ ਕਬਜ਼ਾ ਕਰਵਾ ਕੇ ਤੇ ਉਹ ਵੀ ਜਿਹੜਾ ਨੇ ਇਹਨਾਂ ਦੇ ਹੱਥਾਂ ਚੋਂ ਖੁੱਸਣ ਡਿਆ। ਸਾਡੀ ਅਪੀਲ ਹੈ। ਵੀਡੀਓ ਸ਼ੇਅਰ ਕਰਿਓ, ਅਗਰ ਕੋਈ ਸੁਣੇ ਤੇ ਜ਼ਰੂਰ ਇਹਦੇ ਵਾਸਤੇ ਐਫਰਟ ਕਰੇ। ਇਹਨਾਂ ਲੋਕਾਂ ਦੇ ਨਾਲ ਨਾਲ ਇਹਨਾਂ ਜਾਨਵਰਾਂ ਦੀਆਂ ਜਿਹੜੀਆਂ ਨੇ ਸੀਸਾਂ ਨੇ। ਤੇ ਵੀਡੀਓ ਨੈਕਸਟ ਮਿਲਾਂਗੇ।